ਬਾਣੀ ਦੇ ਵਿੱਚ ਮਹਾਰਾਜ ਇੱਕ ਸ਼ਬਦ ਬਾਰ-ਬਾਰ ਵਰਤਦੇ ਨੇ, ਮਨਮੁਖ, ਸਾਕਤ ਜਾਂ ਫਿਰ ਗੁਰਮੁਖ, ਸਨਮੁਖ। ਅੱਜ ਦੀ ਇਸ ਪੌੜੀ ਦੇ ਵਿੱਚ ਮਹਾਰਾਜ ਇਹ ਕਹਿੰਦੇ ਨੇ, ਜਿਹੜੇ ਮਨੁੱਖ ਮਨਮੁਖ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਹੈ, ਵਿਰਥੀ ਹੈ। ਐਸਾ ਨਹੀਂ ਉਹ ਜ਼ਿੰਦਗੀ ਨਹੀਂ ਜੀਣਗੇ, ਜ਼ਿੰਦਗੀ ਉਹ ਜੀਂਦੇ ਨੇ, ਪਰ ਜ਼ਿੰਦਗੀ ਬਿਰਥੀ ਹੈ। ਬਾਣੀ ਦਾ ਫਰਮਾਨ ਹੈ, ਬਿਰਥੀ ਸਾਕਤ ਕੀ ਆਰਜਾ। ਆਰਜਾ ਤੇ ਹੈ, ਜੀਵਨ ਤੇ ਹੈ, ਜੀਵਨ ਬਿਰਥਾ ਹੈ। ਕਿਹਦਾ? ਜਿਹੜਾ ਮਨੁੱਖ ਮਨਮੁਖ ਹੈ, ਜਿਹੜਾ ਸਾਕਤ ਹੈ, ਜਿਹੜਾ ਪਤਿਤ ਹੈ। ਹੁਣ ਇਹ ਸ਼ਬਦ ਸਮਝਣ ਵਾਲਾ ਹੈ, ਕਿਉਂਕਿ ਕਈ ਵਾਰੀ ਮਨੁੱਖ ਆਪਣੇ ਆਪ ਤੇ ਬੜਾ ਵੱਡਾ ਲੇਬਲ ਲਗਾ ਲੈਂਦਾ ਹੈ। ਸਾਕਤ ਕਿਹਨੂੰ ਕਹਿੰਦੇ ਨੇ, ਮਨਮੁਖ ਕਿਹਨੂੰ ਕਹਿੰਦੇ ਨੇ? ਜਿਸ ਮਨੁੱਖ ਦਾ ਪ੍ਰਯੋਜਨ ਸਿਰਫ ਪਦਾਰਥ ਬਣ ਜਾਏ, ਪਰਮਾਰਥ ਨਾ ਰਹੇ, ਉਸ ਨੂੰ ਮਨਮੁਖ ਕਹਿੰਦੇ ਨੇ। ਜਿਹੜਾ ਮਨੁੱਖ ਸਿਰਫ ਤੇ ਸਿਰਫ ਧਨ ਨੂੰ ਅਰਜਿਤ ਕਰ ਲੈਣਾ ਹੀ ਆਪਣੀ ਜ਼ਿੰਦਗੀ ਦਾ ਮਨੋਰਥ ਸਮਝ ਲਵੇ, ਉਸ ਨੂੰ ਸਾਕਤ ਕਿਹਾ ਜਾਂਦਾ ਹੈ। ਔਰ ਇਹ ਜ਼ਰੂਰੀ ਨਹੀਂ ਹੈ, ਉਹ ਧਾਰਮਿਕ ਵੀ ਹੋ ਸਕਦਾ ਹੈ, ਧਾਰਮਿਕ ਲਿਬਾਸ ਵਾਲਾ ਵੀ ਹੋ ਸਕਦਾ ਹੈ। ਮਨ ਜਿਹਦਾ, ਜਿਸ ਦਾ ਮਨ ਸਿਰਫ ਦੇ ਸਿਰਫ ਧਨ ਅਰਜਿਤ ਕਰਨ ਵਿੱਚ ਲੱਗ ਗਿਆ ਹੈ, ਜਿਸ ਦੀ ਜ਼ਿੰਦਗੀ ਦਾ ਮਨੋਰਥ ਸਿਰਫ ਤੇ ਸਿਰਫ ਪਦਾਰਥ ਰਹਿ ਗਏ ਹੈ, ਉਸ ਨੂੰ ਇਹ ਕਿਹਾ ਜਾ ਸਕਦਾ ਹੈ, ਇਹ ਸਾਕਤ ਹੈ। ਹੁਣ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਦਾਰਥ ਤੇ ਇਕੱਠੇ ਕਰ ਲਏ, ਜ਼ਿੰਦਗੀ ਬੇਅਰਥ ਚਲੀ ਗਈ। ਇਹ ਮਨੁੱਖਾ ਜੀਵਨ ਬੇਅਰਥ ਚਲਾ ਗਿਆ, ਇਹ ਵਾਲੀ ਉਮਰ ਬੇਅਰਥ ਚਲੀ ਗਈ। ਕਾਰਨ ਇੱਕ ਪਸ਼ੂ, ਇੱਕ ਪੰਛੀ, ਇਹ ਦੋ ਕੰਮ ਕਰਦੇ ਨੇ ਆਪਣੀ ਜ਼ਿੰਦਗੀ ਵਿੱਚ। ਬੜੀ ਵਾਰੀ ਇਹ ਬੇਨਤੀ ਮੈਂ ਆਪ ਦੇ ਸਾਹਮਣੇ ਕਰਦਾ। ਇੱਕ ਪਸ਼ੂ ਸਿਰਫ ਤੇ ਸਿਰਫ ਖਾਂਦਾ ਹੈ ਔਰ ਸੋ ਜਾਂਦਾ ਹੈ, ਬੱਚੇ ਪਾਲਦਾ ਹੈ, ਸੋ ਜਾਂਦਾ ਹੈ। ਇੱਕ ਪੰਛੀ ਸਿਰਫ ਇੰਨਾ ਹੀ ਕੰਮ ਕਰਦਾ ਹੈ, ਆਪਣੇ ਬਾਲਾਂ ਨੂੰ ਪਾਲਦਾ ਹੈ, ਘੁੰਮਦਾ ਫਿਰਦਾ ਹੈ, ਸੋ ਜਾਂਦਾ ਹੈ। ਅਗਰ ਇੱਕ ਮਨੁੱਖ ਵੀ ਸਿਰਫ ਇਹੀ ਕੰਮ ਕਰੇ, ਫਿਰ ਬਾਣੀ ਕਹਿੰਦੀ ਉਹਦੀ ਜ਼ਿੰਦਗੀ ਬਿਰਥੀ ਹੈ। ਇੱਕ ਪਸ਼ੂ ਤੋਂ ਉੱਚੇ ਜ਼ਿੰਦਗੀ ਨਹੀਂ ਹੈ। ਉਸ ਮਨੁੱਖ ਦੀ ਜ਼ਿੰਦਗੀ ਇੱਕ ਪਸ਼ੂ ਤੋਂ ਵੱਡੀ ਨਹੀਂ ਹੈ। ਜਿੰਨਾ ਕੁਝ ਵੀ ਪਸ਼ੂਆਂ ਵਿੱਚ ਹੈ, ਉਹ ਮਨੁੱਖ ਵਿੱਚ ਵੀ ਹੋਏਗਾ। ਜਿੰਨੇ ਔਗਣ ਇੱਕ ਪਸ਼ੂ ਵਿੱਚ ਨੇ, ਉਹਦੇ ਵਿੱਚ ਵੀ ਹੋਣਗੇ। ਜੇ ਇੱਕ ਪਸ਼ੂ ਕ੍ਰੋਧੀ ਹੈ, ਲੜ ਪੈਂਦੇ ਨੇ, ਇੱਕ ਦੂਜੇ ਨੂੰ ਮਾਰ ਦਹਾੜ ਕਰਦੇ ਨੇ, ਫਿਰ ਉਹ ਮਨੁੱਖ ਵੀ ਕਰੇਗਾ। ਕਿਹੜਾ ਮਨੁੱਖ? ਜਿਹੜਾ ਸਾਕਤ ਹੈ, ਜਿਸ ਨੂੰ ਹਜੇ ਤਾਈਂ ਪਰਮੇਸ਼ਰ ਦਾ ਨਹੀਂ ਪਤਾ ਲੱਗਿਆ, ਜਿਸ ਨੂੰ ਪਰਮੇਸ਼ਰ ਦੀ ਬੰਦਗੀ ਦੇ ਬਾਰੇ ਨਹੀਂ ਪਤਾ ਲੱਗਿਆ, ਉਹ ਇਹ ਕਰਮ ਕਰੇਗਾ। ਕਿਉਂ? ਉਹ ਸਾਕਤ ਹੈ। ਮਹਾਰਾਜ ਆਪਣੀ ਬਾਣੀ ਦੇ ਵਿੱਚ ਇਹੀ ਸ਼ਬਦ ਕਹਿੰਦੇ ਹਨ, ਬਿਰਥੀ ਸਾਕਤ ਕੀ ਆਰਜਾ। ਜਿਹੜਾ ਪੁਰਸ਼ ਸਾਕਤ ਹੋ ਗਿਆ ਹੈ, ਉਹਦੀ ਉਮਰ ਬੇਅਰਥ ਹੈ, ਉਹਦੀ ਜ਼ਿੰਦਗੀ ਦਾ ਅਰਥ ਕੋਈ ਨਹੀਂ ਰਹਿ ਗਿਆ। ਕਿਉਂ? ਇੱਕ ਪਸ਼ੂ ਦੇ ਤੁੱਲਿਆ ਉਹਦੀ ਜ਼ਿੰਦਗੀ ਬਣ ਗਈ ਹੈ। ਵੈਸੇ
ਜਿਹੜਾ ਸਾਕਤ ਸ਼ਬਦ ਹੈ ਇਹਦਾ ਮਤਲਬ ਹੁੰਦਾ ਹੈ ਡਿੱਗਿਆ ਹੋਇਆ। ਹੁਣ ਮਹਾਰਾਜ ਇੱਥੇ ਇਹ ਸ਼ਬਦ ਵਰਤਿਆ, ਆਰਜਾ ਤੇ ਹੈ ਪਰ ਬਿਰਥੀ ਹੈ, ਜੀਵਨ ਤੇ ਹੈ ਬਿਰਥਾ ਹੈ। ਇਹਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਬਿਨ ਨਾਵੈ ਜੀਵਨ ਬਿਰਥਾ। ਸਾਧ ਸੰਗਤ, ਜਿਹੜੀ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਜਨ ਨੂੰ ਨਾ ਪੂਰਾ ਕਰ ਸਕੇ ਉਸ ਨੂੰ ਬਿਰਥੀ ਮੰਨਿਆ ਜਾਂਦਾ ਹੈ, ਜਿਹੜੀ ਚੀਜ਼। ਇਸ ਕਰਕੇ ਜਿਹੜਾ ਮਨੁੱਖ ਧਾਰਮਿਕ ਹੈ ਉਹਦੇ ਅੰਦਰ ਇੱਕ ਸਵਾਲ ਹੁੰਦਾ ਹੈ, ਆਪ ਸਾਰੇ ਸ਼ਰਵਣ ਕਰਨਾ। ਇੱਕ ਹੀ ਸਵਾਲ ਉਹਦੇ ਅੰਦਰ ਹੁੰਦਾ ਹੈ, ਜੀਣਾ ਕਿਉਂ ਹੈ ਔਰ ਕਿਸ ਕੰਮ ਲਈ ਜੀਣਾ ਹੈ। ਇਹ ਸਵਾਲ ਉਸ ਦੇ ਅੰਦਰ ਹੋਏਗਾ। ਧਾਰਮਿਕ ਮਨੁੱਖ ਦੀ ਨਿਸ਼ਾਨੀ ਇਹ ਹੈ, ਉਹਦੇ ਅੰਦਰ ਇਹ ਸਵਾਲ ਹੋਏਗਾ, ਜੀਣਾ ਕਿਉਂ, ਮੈਂ ਕਿਉਂ ਜੀ ਰਿਹਾ। ਇਹ ਸਵਾਲ ਜਿਸ ਦੇ ਅੰਦਰ ਇਹ ਸਵਾਲ ਜਾਗੇਗਾ, ਅਸਲ 'ਚ ਗੁਰੂ ਦੀ ਖੋਜ, ਧਰਮ ਦੀ ਖੋਜ, ਪਰਮੇਸ਼ਰ ਦੀ ਖੋਜ ਉਹੀ ਪਏਗਾ, ਹੋਰ ਨਹੀਂ ਪਏਗਾ। ਜਿਸ ਦੇ ਅੰਦਰ ਅੱਜ ਤਾਈਂ ਇਹ ਸਵਾਲ ਨਹੀਂ ਉੱਠਿਆ, ਹਜੇ ਤੁਰਿਆ ਨਹੀਂ ਹੈ। ਕਿਉਂ? ਹਜੇ ਜਿਹੜੇ ਪਦਾਰਥਾਂ ਦੇ ਰਸ ਨੇ, ਕੁਛ ਜੀਭ ਦੇ ਰਸ ਨੇ, ਕੁਛ ਅੱਖਾਂ ਦੇ ਰਸ ਨੇ, ਕੁਛ ਕੰਨਾਂ ਥਾਣੀ ਰਸ ਲੈ ਰਹੇ ਹੈ, ਇਹ ਰਸ ਇਸ ਦੀ ਬੁੱਧੀ ਨੂੰ ਖਿੱਚੀ ਬੈਠੇ ਨੇ, ਸਮਝਣ ਦੇ ਹੀ ਨਹੀਂ ਰਹੇ। ਹਜੇ ਇਹ ਇੰਦਰੀਆਂ ਦੇ ਭੋਗਾਂ ਤੋਂ ਉੱਤੇ ਨਹੀਂ ਉੱਠ ਸਕਿਆ। ਜੋ ਇੰਦਰੀ ਦੇ ਭੋਗ ਤੋਂ ਉੱਤੇ ਨਹੀਂ ਉੱਠ ਸਕਿਆ, ਹਜੇ ਬਿਰਥਾ ਹੈ। ਕਿਉਂਕਿ ਇੱਕ ਪਸ਼ੂ ਇੰਦਰੀਆਂ ਦੇ ਭੋਗਾਂ ਦੇ ਅੰਦਰ ਜਿਉਂਦਾ ਹੈ, ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਪਸ਼ੂ ਸਾਰੀ ਜ਼ਿੰਦਗੀ ਇਹ ਤੋਂ ਉੱਤੇ ਉੱਠ ਵੀ ਨਹੀਂ ਸਕੇਗਾ। ਇਸ ਕਰਕੇ ਪਸ਼ੂ ਦੀ ਜ਼ਿੰਦਗੀ ਬੇਅਰਥ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਨੂੰ ਬੇਅਰਥ ਨਹੀਂ ਗਿਣਿਆ ਜਾ ਸਕਦਾ। ਕਾਰਨ ਕੀ ਹੈ? ਪਸ਼ੂ ਆਪਣਾ ਧਰਮ ਨਿਭਾ ਰਿਹਾ ਹੈ। ਇੱਕ ਪੰਛੀ ਆਪਣਾ ਧਰਮ ਨਿਭਾ ਰਿਹਾ ਹੈ। ਇੱਕ ਮਨੁੱਖ ਦੀ ਜ਼ਿੰਦਗੀ ਨੂੰ ਮਹਾਰਾਜ ਨੇ ਬਿਰਥੀ ਕਹਿ ਦਿੱਤਾ। ਗੁਰਬਾਣੀ ਵਿੱਚ ਕਿਤੇ ਵੀ ਆਪ ਜੀ ਪਸ਼ੂ ਦੇ ਵਾਸਤੇ ਇਹ ਸ਼ਬਦ ਨਹੀਂ ਸ਼ਰਵਣ ਕਰੋਗੇ। ਔਰ ਇੱਥੇ ਵੀ ਮਹਾਰਾਜ ਨੇ ਸਾਕਤ ਲਈ ਸ਼ਬਦ ਵਰਤਿਆ, ਮਨੁੱਖ ਲਈ ਇਹ ਵੀ ਨਹੀਂ ਕਿਹਾ। ਇਹ ਨਹੀਂ ਕਿਹਾ ਮਨੁੱਖਾ ਸਰੀਰ ਬੇਅਰਥ ਹੈ, ਨਹੀਂ, ਸਾਕਤ ਬੇਅਰਥ ਹੈ। ਬਿਰਥੀ ਸਾਕਤ ਕੀ ਆਰਜਾ, ਸਾਕਤ ਦੀ ਜ਼ਿੰਦਗੀ ਬੇਅਰਥ ਹੈ। ਹੁਣ ਇਹਦੇ ਵਾਸਤੇ ਮੈਂ ਆਪ ਜੀ ਦੇ ਸਾਹਮਣੇ ਇੱਕ ਸਿਕੰਦਰ ਦੀ ਉਦਾਹਰਣ ਵੀ ਦੇਣੀ ਚਾਹੁੰਦਾ। ਸਿਕੰਦਰ ਸਾਰੀ ਜ਼ਿੰਦਗੀਆਂ ਦੁਨੀਆ ਨੂੰ ਜਿੱਤ ਬੈਠਾ ਸੀ। ਰੋਜ਼ ਨਾ ਜਿੱਥੋਂ ਉਹ ਲੰਘਦਾ ਹੁੰਦਾ ਸੀ, ਜਿੱਥੋਂ ਉਹ ਜਾਂਦਾ ਹੁੰਦਾ ਸੀ, ਰਾਸਤੇ ਵਿੱਚ ਇੱਕ ਫਕੀਰ ਬੈਠਾ ਹੁੰਦਾ ਸੀ। ਉਹ ਫਕੀਰ ਨੂੰ ਉਹਨੇ ਰੋਜ਼ ਵੇਖਣਾ। ਫਕੀਰ ਸਮਾਧੀ ਵਿੱਚ ਬੈਠਾ ਹੁੰਦਾ ਸੀ। ਰੋਜ਼ ਦੀ ਰੋਜ਼ ਉੱਠਦਿਆਂ ਜਾਂਦਿਆਂ ਉਹਨੇ ਫਕੀਰ ਦੇ ਦਰਸ਼ਨ ਕਰਨੇ। ਉਹਦੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋਈ, ਕਿਉਂ ਨਾ ਮੈਂ ਫਕੀਰ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਚੱਲਾਂ। ਉਹਦੇ ਅੰਦਰ ਇਹ ਭਾਵਨਾ ਚੱਲ ਰਹੀ ਸੀ, ਪਰ ਉਹਦਾ ਆਪਣੇ ਤੌਰ ਤੇ ਉਹਦਾ ਕਹਿਣ ਦਾ ਭਰੋਸਾ ਨਾ ਵੱਜਿਆ, ਮੈਂ ਇਹਨੂੰ ਕਵਾਂ। ਪਰ ਸੋਚਦਾ ਉਹ ਇਹੀ ਹੁੰਦਾ ਸੀ ਰੋਜ਼ ਦੀ ਰੋਜ਼। ਇੱਕ ਦਿਨ ਉਹਨੇ ਦ੍ਰਿੜ ਨਿਸ਼ਚਾ ਕਰਕੇ ਫਕੀਰ ਨੂੰ ਕਹਿ ਦਿੱਤਾ, ਤੁਸੀਂ ਮੇਰੇ ਘਰ ਚੱਲੋਗੇ? ਫਕੀਰ ਵੀ ਨਾਲੋਂ ਨਾਲ ਉੱਠ ਕੇ ਚੱਲ ਪਿਆ। ਅੱਧਾ ਵਿਸ਼ਵਾਸ ਤੇ ਉਹਦਾ ਨਾਲ ਹੀ ਖਤਮ ਹੋ ਗਿਆ। ਜਿਹਨੂੰ ਪਹਿਲੀ ਵਾਰੀ ਕਿਹਾ ਨਾਲੋਂ ਨਾਲ ਚੱਲ ਪਿਆ, ਇਹ ਫਕੀਰ ਨਹੀਂ ਹੋ ਸਕਦਾ। ਕਿਉਂਕਿ ਅਸੀਂ ਮਨੁੱਖ ਅਸਲ ਦੇ ਵਿੱਚ ਉਹਨੂੰ ਹੀ ਫਕੀਰ ਮੰਨਦਾ ਹੈ ਜਿਹੜਾ ਪਹਿਲਾਂ ਥੋੜ੍ਹੀ ਬਹੁਤੀ 15-20 ਵਾਰੀ ਕਹੇ ਵੀ ਨਹੀਂ ਜੀ ਨਹੀਂ, ਮੈਂ ਨਹੀਂ ਜਾਣਾ, ਮੈਂ ਤੇ ਇਹ ਚੀਜ਼ ਕਰ। ਜਿਹੜਾ ਨਾ ਨੁੱਕਰ ਕਰੇਗਾ ਉਹਨੂੰ ਹੀ ਕਾਮਲ ਮੰਨਿਆ ਜਾਂਦਾ ਹੈ। ਜਿਹੜਾ ਬਿਲਕੁਲ ਸੱਚਾਈ ਦੇ ਤੁਰ ਪਏਗਾ ਉਹਨੂੰ ਕੌਣ ਕਾਮਲ ਮੰਨਦਾ ਹੈ? ਪਹਿਲਾਂ ਥੋੜੀ ਫਾਰਮੈਲਿਟੀ ਕਰੇਗਾ, ਥੋੜਾ ਝੂਠ ਬੋਲੇਗਾ, ਅਸੀਂ ਨਹੀਂ ਜਾਂਦੇ ਹੁੰਦੇ, ਉਹ ਫਿਰ ਤਾਂ ਹੀ ਤੇ ਉਹਦੀ ਥੋੜੀ ਵੈਲਿਊ ਵਧੇਗੀ। ਉਹ ਵੱਖਰੀ ਗੱਲ ਹੈ। ਹੁਣ ਉਹ ਨਾਲ ਹੀ ਚੱਲ ਪਿਆ, ਸਿਕੰਦਰ ਦੇ ਘਰ ਗਿਆ, ਰੋਟੀ ਪਾਣੀ ਖਾਧੀ, ਪਰ ਉਹਦੀ ਪ੍ਰਤਿਸ਼ਠਾ ਹੁਣ ਉਹਦੇ ਮਨ ਦੇ ਵਿੱਚ ਉਨਾ ਆਦਰ ਨਹੀਂ ਹੈ ਉਹਦੇ ਪ੍ਰਤੀ। ਇਹ ਗੱਲ ਨੂੰ ਫਕੀਰ ਵੀ ਸਮਝ ਗਿਆ। ਰਾਤ ਨੂੰ ਜਿਸ ਗੱਦੇ ਤੇ ਆਪ ਸਿਕੰਦਰ ਪਿਆ, ਉਹੀ ਗੱਦਾ ਫਕੀਰ ਨੂੰ ਵੀ ਦੇ ਦਿੱਤਾ, ਇੱਥੇ ਲੰਮੇ ਪੈ ਜਾਓ।
दोवें पै गए। सवेरे उठ के कहता है, हे फकीर, तेरी ते मेरी अवस्था हुण बराबर है, क्योंकि तू भी उस गद्दे ते पिया, मैं भी उत्ते पिया, वही चादर तेरे कोल है, वही मेरे कोल है। फकीर कहता नहीं, थोड़ी जी कमी है, एक गल की कमी है, बाकी सब कुछ बराबर है। कहते केड़ी? कहते वो मैं तेनू हुण इत्थों 1.5 किलोमीटर बाहर निकल के दसांगा। 1.5 मील बाहर निकले, कहते 10, कहते होर 1.5 मील अगे, फिर कहता 10, कहते होर 1.5 मील अगे, करदियां करदियां अगे लंघते गए, जिथे सिकंदर की सीमा खत्म होंदी सी, उत्थे जाके वो खड़ा हो गया। सिकंदर कहता है, मेरे राज की अंतिम सीमा आ गई है, तू हजे ताईं नहीं दसिया। कहता बस यही फर्क है मेरे और तेरे विच, तेरे राज दियां पिछे दियां सीमावां ने, तू पिछे नूं वेखी जांदा है, मैं अगे नूं चल रहा, बस इन्ना ही फर्क है। मैं इनू होर सौखा करा, भाव तेरी जिंदगी हजे ताईं एक सीमित दायरे विच खड़ी है, मैं बहुत अगे जा चुका। तू हजे ताईं पिछे परिवार दे विच वज्जा बैठा है, मेरी सुरत अगे जा चुकी है, मैं अगे नूं ही चल रहा, तू पिछे नूं। कहंदे ने हाफिज जिहड़ा होया, वो आंदे ने, कहंदे मेरी जिहड़ी जिंदगी है, उन्हें 2 शायद खरगोश के कन आखे, 2 मेरे भी 2 कन हैं। कहंदे एक कन जिहड़ा है मेरा है, वो आकाश दियां गहराइयां विच है, मेरे एक कन नूं पंछी लैके उड़ गए, वो आकाश दे विच तुरे फिरदे ने। मेरे एक कन नूं मच्छी ने मूँह विच पाया है, समुद्रां दी गहराई विच लैके वड़ गई है, हुण मैनू समझ ही नहीं आ रही, मेरा अंत ही नहीं है। फकीर दी खोज बेअंत दी खोज है, एक मनुख दी खोज अंत दी खोज है, पदार्थां दी खोज है। इस करके उस मनुख दी जिंदगी बेअर्थ है, कोई अर्थ नहीं है। साकत पुरुष उस नूं कहा जाता है जिस दी जिंदगी सिर्फ पदार्थां ते खलो गई है, जिसने अपनी जिंदगी का सच सिर्फ ते सिर्फ धन अर्जित करना मन लिया है, सिर्फ ते सिर्फ जीव दे स्वाद, अखां नूं वेखण लई दूजे मुल्कां ते जाना, चंद्र ग्रह ते जाना, मंगल ते जाना, कन्नां नाली कुछ लोकां दियां बैठ के सुननियां, जिहदी जिंदगी इत्थे खलो गई है, वो साकत है, वो मनमुख है। और ऐसे मनुख की जिंदगी बेअर्थ चली जाएगी। क्यों? जिंदगी में उसनूं कुछ लभ्या ही नहीं। जिन्ना कुछ मनुख नूं लभ्या है, ये पशुआं कोल है। सिर्फ कई तो मनुख ऐसे भी कहते हैं, हे परमात्मा तू मनुखों के नाल बेअन्यायी भी की हुई है। कहते कारण की है? इसका एक कारण है, तू बाकी तो पशुआं ते मनुखों में सेम ही है, तू बस एक चिंता ज़्यादा मनुखों नूं लाई हुई है, घट्टो घट पशु नूं चिंता तो नहीं है। ये मनुख नूं सब कुछ दित्तियां भी तू चिंतातुर कीता है, ये तो चंगा तो पशु ही ठीक है, चिंता दे विच ते नहीं जिउंदा। साध संगत ओ मनुख, बाणी कहंदी ओ साकत है, ओ मनमुख है, जिहदे अंदर हजे ताईं परमेश्वर का प्रेम नहीं है, जो अजे ताईं सिर्फ ते सिर्फ पदार्थां दे प्रेम विच है, वो मनमुख है। जिस दे अंदर हजे ताईं मनुखां वाले गुण नहीं हैं, वो मनमुख है। जिस दे अंदर परमेश्वर वाले गुण हजे ताईं पैदा नहीं होए, वो मनमुख है। एक लकड़हारा जंगल विच गया, उसनूं पागल कुत्ते ने वढ़ लिया, बड़ा दंद चंगे डूंगे चले गए, अपने घर आया, उसकी एक लड़की भी है छोटी जी, वो कहती है पापा की होया? कहते मैनू कुत्ते ने वढ़ लिया। बच्ची छोटी सी, सह सुभाए कहती तुसीं भी उन्होंने वढ़ देना सी। कहती बेटा नहीं, वो पशु है, मैं मनुख हाँ, जो काम पशु करन वही काम मैं करा, फिर मेरे ते पशु विच की फर्क रह गया? इन्ना रहस्य है, इन्ना फर्क है
एक गुरमुख ते मनमुख विच। जेड़े काम पशु करन ਉਹੀ काम मनुख करे, फिर वो मनुख किवें हो गया? फिर ਉਹਦੀ जिंदगी बिरथी है। ये तो चंगा पशुओं वाला ही जीवन ठीक सी, घट्टो घट चिंतावां विच ते नहीं सी। हुण महाराज कहंदे एवें ते ਉਹਦੀ जिंदगी बेअर्थ है, फिर सही किवें होए? साच बिना कह होवत सूचा। सच्चाई तो बिना वो सच्चा नहीं हो सकता, सच्चाई तो बिना वो निर्मल नहीं हो सकता। एक सच्चाई है जिहड़ी उस नूं पशुआं तो चुक के मनुख बना सकती है, ते वो सच्चाई की प्राप्ति गुरमंत्र नाल हुंदी है, मूल मंत्र नाल हुंदी है, परमेश्वर का नाम लिया हुंदी है। वैसे सच्चाई प्राप्त भी नहीं हुंदी। अगे महाराज कहंदे ने बिरथा नाम बिना तन अंध। ये तन बिरथा है। बिरथा मतलब कोई अर्थ नहीं है। नाम तो बिना इस तन का कोई अर्थ नहीं। सिर्फ बाकी तो इनू तन नू पालना है, कादे लई? नाम जपण लई। मनुख इस तन नू जीवित रखना चाहुंदा है लंबे समय तक, कादे लई? प्रयोजन की है? इस तन नू शिंगार रहा है, कादे लई? प्रयोजन की है? ये तो पता होए। जिस मनुख नू ये नहीं पता मेरे शरीर का प्रयोजन की है, फिर वो शरीर तो कुछ खट नहीं सकेगा। साध संगत घट्टो घट पहला पता तो होए। मैं आप जी नू पहला कहा, जिस मनुख के अंदर ये सवाल चल पे है, समझ लो वो मनुख रब दे राह ते तुर पे है। भाव थोड़ा पशुओं तो उत्ते उठना शुरू हो गया। मैं जिंदगी क्यों जी रहा? बस पहला सवाल। जिसनू पता लगना शुरू हो गया मैं जिंदगी क्यों जी रहा, समझ लो वो थोड़ा जा तुर पिया रब दे राह ते। थोड़ा जा उसनू पता लग गया जिंदगी की है। जिसनू हजे तई ये नहीं पता लग्या, हजे तई नहीं तुरया, हजे तई ओदियां हरकतां दे विच पशुपना है। इनू गुरु महाराज जी एवें कहंदे ने सुखमणी साहिब दी पंक्ति दे विच, कहंदे ने करतूत पशु की मानस जा। हजे तई ਉਹਦੇ अंदर पशुपना है, पशुआं वालियां हरकतां है ने। कारण की है? क्योंकि पशुआं तो तुर के आया है। ये शरीर दे अंदर जिहड़ी जीव आत्मा है, इहदा सफ़र बड़ा लम्मा है। हों आया दूर हों चल के, बड़ी दूरों ये चल के आई है। जेड़े जेड़े शरीर चों आई है ਉਹਦੇ ਉਹਦੇ ਔਗਣ ਇਹਦੇ अंदर हैगे ने। इस करके कदी वेखना मनुख अंदर क्रोध जागदा है, वो अपने भरा का कतल कर सुटदा है, पाप पशुपना है। ये तो एक छोटी जी गल है। लोभ जागदा है, अपने भरावां दे हिस्से लोग खा जाते हैं। ਇਹਦਾ मतलब ये है अजे कुछ ना कुछ तो पशुपना है। ਇਹਦਾ मतलब तो यही है। हजे तई वो मनुख नहीं बनया, हजे पशु है। क्यों? ऐसा काम जंगल विच हुंदा है, मनुखा विच नहीं। हजे किसी का रूप वेख के उस दे उत्ते एसिड सुट देना, उसकी जिंदगी नूं बर्बाद कर देना, ये पशुओं तो वड्डी हरकत नहीं है। एक पशु दूजे पशु नूं वेख के राजी नहीं। जे यही गल मनुखा विच होए, इहदा मतलब ये है हजे जिंदगी कोई वड्डी नहीं है। हजे शायद पशु भी इन्ना खतरनाक नहीं। वेखो पशु पशु तो डरदा है, अज दा मनुख मनुख तो डरदा है। इनू पशुओं का कोई डर नहीं। पशुओं तो बचण लई वड्डियां स्टेन गन्नां ने, वड्डियां बंदूकां ने। एक गोली लगदी है पशु ते बेचारा मर जांदा है। पशु का काहदा डर है? बड़ी बारी बेनती की साध संगत, अज बाजारां दे विच रात नूं दुकानां ते ताले लगदे ने कि उत्थे डर है कोई कुत्ते खोल लैणगे, कि उत्थे डर यह है कोई बाहरों जानवर आके खोल लेगा ताला। नहीं, मनुख खोल लेंदे ने। मनुखों का डर है। रात नूं मनुख घरों बाहर नहीं निकलता। हदायत की जाती है कि पशु का डर है। पहला समा सी जंगलों दे विच लोग जाते हुंदे सी, शायद पशुओं का डर सी। हुण ते सड़कां ने। डर है मनुखों का। क्यों? पशुपने वाले मनुख भी तुरे फिरदे ने, सारा ही डर है। इस करके महाराज कहते ने बिरथा
नाम बिना तन अंध। जेड़े मनुख दा इस शरीर मिल गया है, जिन्हें हजे तई अपने शरीर की मंजिल नाम नहीं बनाई, उहदा तन बिरथा चला गया। उन्होंने मनुखा जन्म भी मिलिया पर इहदे तो कोई लाभ ना लै सकिया। एवें समझ लो घर दे विच वड्डी गड्डी भी खलोती होए, आप पैदल ही तुरिया फिरे, ਇਹਦਾ मतलब यह है गड्डी तो लाभ कोई नहीं लै सकिया। घर दे विच खाण नूं प्रशादा भी पिया होए पर खा ना सके, ਇਹਦਾ मतलब ये होया प्रशादा भी है सी, जिंदगी विच प्राप्ति ना कर सके। इस करके महाराज कहते हैं जिन्हों रब ने शरीर मनुखा दिता है और जिन्हें अज तई वाहेगुरु वाहेगुरु रब का नाम नहीं जपिया, ਇਹਦਾ मतलब तो एक ही है, शरीर मिले लाभ नहीं खटिया। क्यों? हजे तई बुद्धि किते होर रसां विच गुजरी हुई है, अखां किते होर लगियां ने, कन किते होर लगे ने, रसना किते होर रस विच लगी हुई है। बाणी दा फरमान प्राणी कछु न चेतई मद माया कै अंध। मनुख दे ना चेतन दा कारण ये माया दे विच अंध है। माया दा मतलब पैसा नहीं है। किसी नूं जीभ दे रस ने उहदे विच ही अंधा हो गया। ਇਹਦਾ मतलब जे माया वाला ही अंधा है, फिर तो जेडे लोग झोपड़ पट्टी च रहिंदे ने वो तो ब्रह्म ज्ञानी होने चाहिए ने। जे किते पैसा ही माया का रूप है, फिर वो तो सारे पार हो गए ने। ऐसा नहीं है, बाणी पैसे नूं माया नहीं गिन रही। माया का मतलब है बाणी दे विच 9 रस गिने ने महाराज ने, इन्हां विचों जे एक भी रस किसी नूं लग्या होया है, अजे तक परमेश्वर की प्राप्ति नहीं है, जिंदगी बेअर्थ है। मैं रस आप जी के सामने रखा। रस सोयना रस रूपा कामण, सोयने का रस वध तो वध मेरे को सोना होवे, ये भी एक रस है। रस सोयना रस रूपा कामण, इस्त्री का रस रूप का रस। रस सोयना रस रूपा कामण, रस परमल की वास, रस घोड़े रस सेजा मंदिर। मेरे को वड्डी तो वड्डी सारी गड्डी होए, हजे यही रस है और ये वास्ते दिन रात मेहनत कर रहे हैं। जे ये रस किसी नूं लग्या होया है, हजे तईयों परमेश्वर के राह ते नहीं तुरिया, जिंदगी व्यर्थ चल रही है। रस घोड़े रस सेजा मंदिर, वधिया सारिया सेजा वड्डे वड्डे घर होण, वड्डे तो वड्डा होवे, जे इसे रस विच लग्या होया है, हजे तई उहनूं नाम उहदे अंदर नहीं वसिया। रस घोड़े रस सेजा मंदिर, रस मिठा रस मास। मिठे दे रस विच लग्या होया है, रस मास मास खाण दे विच लग्या होया है। इते रस शरीर के कै घट नाम निवास। इन्ने रसां दे हुंदियां नाम कित्थे जावेगा, ज्ञान आ ही नहीं सकदा। इन्ने रसां दे हुंदियां बुद्धि दे विच रब नहीं वसेगा। क्यों? बुद्धि वसनी नहीं, इधर जाएगी नहीं, क्योंकि रस हजे वड्डे ने, परमेश्वर का नाम का रस आया नहीं। मैं कई बार सोचदा जे एक शराबी तो शराब छडवाउणी है, फिर उहदे बराबर का रस उन्होंने देना पैंदा है, तां वो छड्डेगा। एक नशे विच जिहड़ा मनुख लिप्त हो गया है, उहदे बराबर का नशा तो उन्होंने मिलेगा, नशा छड्ड देगा, अन्यथा नहीं छड्डेगा। एवें ही माया के बराबर का रब के नाम का नशा तो है, पर यह हौली हौली लगता है। जिवें माया का नशा भी एकदम नहीं लग्या, हौली हौली लग्या है। रब के नाम की बंदगी दे विचों ज्ञान की प्राप्ति होनी इको दम नहीं हुंदी। बंदगी अज करांगे, अज समझ नहीं मिलेगी, हौली हौली मिलेगी। अज वैसे अज का बीजिया होया कल जदों बीजांगे उहदे विच लाभकारी तो होएगा, पर यदा मतलब नहीं अज प्राप्ति नहीं है। हुण महाराज कहंदे ने बिरथा नाम बिना तन अंध। जे दे अज अंदर नाम नहीं वसिया, उहदी एक निशानी होर भी दसदे ने, मुख आवत ताकै दुर्गंध। वो हमेशा क्रोध दे विच बोलेगा, कौड़ा बोलेगा, मिठा नहीं बोलेगा। ऐसी उहदी संरचना है, बाणी कहंदी है। जिहदे अंदर परमेश्वर की भगती नहीं लगी, कौड़ा बोलेगा हमेशा। हजे तई वो खाली है, इस करके खाली गगरी हमेशा झलकती हुंदी है। मैं उस दिन भी दस्सिया, वो फकीर जिहड़ा रोज़ क्या करदा सी,
ਗੁੱਸਾ ਉਹਨੂੰ ਨਹੀਂ ਸੀ ਆਉਂਦਾ, ਹਮੇਸ਼ਾ ਉਹਨੇ ਕਹਿਣਾ ਇਹ ਵੀ ਕਿਸ਼ਤੀ ਖਾਲੀ ਹੈ। ਉਹਦੇ ਚੇਲਿਆਂ ਨੇ ਉਹਨੂੰ ਪੁੱਛ ਲਿਆ, ਕਹਿੰਦੇ ਤੁਸੀਂ ਇਹ ਗੱਲ ਰੋਜ਼ ਕਿਉਂ ਕਹਿੰਦੇ ਹੋ, ਇਹ ਵੀ ਕਿਸ਼ਤੀ ਖਾਲੀ ਹੈ। ਕਹਿੰਦੇ ਮੈਂ ਇੱਕ ਦਿਨ ਬੰਦਗੀ ਕਰ ਰਿਹਾ ਸੀ ਸਮੁੰਦਰ ਵਿੱਚ ਬੈਠ ਕੇ, ਮੇਰੇ ਨਾਲ ਆ ਕੇ ਕਿਸ਼ਤੀ ਵੱਜੀ। ਕਹਿੰਦੇ ਕਿਸ਼ਤੀ ਵੱਜੀ, ਮੈਂ ਅੱਗ ਬੁਬਲਾ ਹੋ ਗਿਆ। ਕਿਹੜੀ ਹੈ ਇੱਥੇ, ਕੌਣ ਹੈ ਜਿਹਨੇ ਮੇਰੇ ਅੰਦਰ ਕਿਸ਼ਤੀ ਮਾਰੀ ਹੈ? ਖੜਾ ਹੋ ਕੇ ਵੇਖਿਆ, ਦੂਜੀ ਕਿਸ਼ਤੀ ਵਿੱਚ ਹੈ ਹੀ ਕੋਈ ਨਹੀਂ, ਆਪਣੇ ਆਪ ਹੀ ਟੁੱਟ ਕੇ ਆ ਗਈ। ਮੇਰੇ ਮੂੰਹ ਚੋਂ ਨਿਕਲਿਆ ਇਹ ਵੀ ਕਿਸ਼ਤੀ ਖਾਲੀ ਹੈ। ਹੁਣ ਗੁੱਸਾ ਕਿੱਥੇ ਕੱਢਾਂ, ਅੰਦਰ ਹੈ ਹੀ ਕੁਛ ਨਹੀਂ। ਜੇ ਮਾਰਾਂਗਾ ਤੇ ਲੱਕੜ ਨੂੰ ਮਾਰਾਂਗਾ, ਆਪਣਾ ਹੀ ਨੁਕਸਾਨ ਕਰਾਉਣਾ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਮੂਰਖ ਹੈ ਨਾਲ ਨਾ ਲੁੱਝੀਏ। ਇਹਨੂੰ ਮਹਾਰਾਜ ਜਿਹਦੇ ਕੋਲ ਹੈ ਹੀ ਕੁਛ ਨਹੀਂ ਉਹਦੇ ਨਾਲ ਝਗੜੋਗੇ, ਆਪਣਾ ਹੀ ਨੁਕਸਾਨ ਹੈ, ਉਹਦਾ ਕੁਛ ਨਹੀਂ ਵਿਗੜਨਾ। ਆਪਣੇ ਮਨ ਨੂੰ ਪਰੇਸ਼ਾਨ ਕਰਨਾ ਹੈ, ਉਹਦਾ ਕੁਛ ਨਹੀਂ ਵਿਗੜਨਾ। ਕ੍ਰੋਧੀ ਦੇ ਨਾਲ ਝਗੜੋਗੇ, ਹੰਕਾਰੀ ਦੇ ਨਾਲ ਝਗੜੋਗੇ, ਉਹਦਾ ਕੁਛ ਨਹੀਂ ਵਿਗੜਨਾ। ਉਹ ਤੇ ਆਪਣੇ ਆਪ ਨੂੰ ਖਰਾਬ ਕਰ ਚੁੱਕਿਆ ਹੈ, ਉਹਦੀ ਤੇ ਜ਼ਿੰਦਗੀ ਬੇਅਰਥ ਹੋ ਚੁੱਕੀ ਹੈ। ਉਹਦੇ ਨਾਲ ਝਗੜਨਾ ਆਪਣੀ ਜ਼ਿੰਦਗੀ ਖਰਾਬ ਕਰਨੀ ਹੈ। ਹੁਣ ਫਕੀਰ ਕਹਿੰਦਾ ਹੈ, ਹੁਣ ਮੇਰੇ ਕੋਲ ਕੋਈ ਵੀ ਕ੍ਰੋਧ ਵਿੱਚ ਆ ਕੇ ਬੋਲਦਾ ਹੈ, ਹੰਕਾਰ ਵਿੱਚ ਬੋਲਦਾ ਹੈ, ਮੈਂ ਅੱਗੋਂ ਗੱਲ ਤੇ ਨਹੀਂ ਕਰਦਾ, ਪਰ ਆਪਣੇ ਮਨ ਹੀ ਮਨ ਕਹਿ ਦਿੰਦਾ ਇਹ ਵੀ ਕਿਸ਼ਤੀ ਖਾਲੀ ਹੈ, ਇਹ ਭਰੀ ਹੋਈ ਨਹੀਂ ਹੈ। ਜਿਹੜੇ ਲੋਕ ਨਿਖਸਮੇ ਹੁੰਦੇ ਨੇ, ਜਿਨ੍ਹਾਂ ਲੋਕਾਂ ਦੇ ਕੋਲ ਰੱਬ ਦੀ ਬੰਦਗੀ ਨਹੀਂ, ਕੋਈ ਗੁਣ ਨਹੀਂ, ਖਾਲੀ ਉਹੀ ਹੁੰਦੇ ਨੇ। ਭਰੇ ਹੋਏ ਲੋਕ ਕਿਸੇ ਵਿੱਚ ਵੱਜਣਗੇ ਨਹੀਂ। ਜਿਨ੍ਹਾਂ ਦੇ ਕੋਲ ਕੁਛ ਹੈ, ਮਿੱਥਿਆ ਬੋਲਣਗੇ ਨਹੀਂ। ਇੱਥੇ ਮਹਾਰਾਜ ਜੀ ਇਹ ਗੱਲ ਕਹਿੰਦੇ ਨੇ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕੈ ਦੁਰਗੰਧ। ਉਹ ਮੁਖ ਦੇ ਵਿੱਚੋਂ ਹਮੇਸ਼ਾ ਮਾੜੇ ਬੋਲ ਬੋਲਦਾ ਹੈ, ਭੈੜੇ ਬੋਲ ਬੋਲਦਾ ਹੈ, ਪਿਆਰ ਨਾਲ ਨਹੀਂ ਬੋਲੇਗਾ। ਇਹ ਉਹਦੀ ਪਛਾਣ ਹੈ। ਇਹਨੂੰ ਮਹਾਰਾਜ ਇਹ ਵੀ ਕਹਿੰਦੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੇ ਜ਼ਿੰਦਗੀ ਵਿੱਚ ਫਿੱਕਾ ਵੀ ਨਾ ਬੋਲੀ। ਜੇ ਤੂੰ ਫਿੱਕਾ ਬੋਲੇਗਾ, ਇਹ ਨਹੀਂ ਹੈ ਕਿਸੇ ਨੂੰ ਜ਼ਹਿਰ ਦੇ ਰਹੇ ਹਾਂ, ਜ਼ਹਿਰ ਵੰਡ ਰਹੇ ਹਾਂ, ਕਿਸੇ ਨੂੰ ਕੋਲੇ ਵੰਡ ਰਹੇ ਹਾਂ ਤੇ ਆਪ ਕਾਲਖ ਤੋਂ ਬਿਨਾਂ ਹੋ ਜਾਵਾਂਗੇ, ਐਸਾ ਨਹੀਂ ਹੈ। ਜਿਹੜੇ ਲੋਕ ਕੋਇਲੇ ਦੀ ਦੁਕਾਨਾਂ ਰੱਖਦੇ ਨੇ, ਆਪ ਵੀ ਵਸਤਰ ਕਾਲੇ ਹੀ ਹੁੰਦੇ ਨੇ ਦੂਜਿਆਂ ਨੂੰ ਦੇਣ ਤੋਂ ਪਹਿਲਾਂ। ਜਿਹੜੇ ਲੋਕ ਦੂਜੇ ਨੂੰ ਮਾੜਾ ਬੋਲਦੇ ਨੇ, ਇਹਦਾ ਮਤਲਬ ਇਹ ਨਹੀਂ ਹੈ ਆਪ ਉਸ ਪਾਪ ਤੋਂ ਬਚ ਜਾਣਗੇ, ਉਹਨਾਂ ਅੰਦਰ ਇਹ ਪਾਪ ਬਣਿਆ ਰਹਿੰਦਾ ਹੈ। ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ। ਮਹਾਰਾਜ ਫਿੱਕਾ ਤੇ ਕਿਸੇ ਹੋਰ ਨੂੰ ਬੋਲਦੇ ਆ, ਮੇਰਾ ਕਿਉਂ ਹੁੰਦਾ ਹੈ? ਕਹਿੰਦੇ ਕਿਸੇ ਨੂੰ ਕੋਲੇ ਵੰਡੋਗੇ, ਅਗਲਾ ਤੇ ਕਾਲਾ ਹੋਏਗਾ, ਆਪ ਵੀ ਕਾਲਾ ਹੋ ਜਾਂਦਾ। ਮੁਖ ਆਵਤ ਤਾਕੈ ਦੁਰਗੰਧ, ਉਹਦੇ ਕੋਲ ਪ੍ਰੇਮ ਨਹੀਂ ਹੋਏਗਾ। ਜਿਸ ਦੇ ਕੋਲ ਪ੍ਰੇਮ ਨਹੀਂ, ਉਹਦੇ ਕੋਲ ਪਰਮਾਤਮਾ ਨਹੀਂ ਹੈ। ਜਿਸ ਦੇ ਕੋਲ ਪ੍ਰੇਮ ਨਹੀਂ, ਉਹਦੇ ਕੋਲ ਮਨੁੱਖੀ ਗੁਣ ਨਹੀਂ ਹਨ। ਕਿਉਂਕਿ ਜਿਹਦੇ ਕੋਲ ਮਨੁੱਖੀ ਗੁਣ ਨੇ, ਉਹਦੇ ਅੰਦਰ ਪ੍ਰੇਮ ਹੈ। ਬਾਣੀ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਜਿਹਦੇ ਅੰਦਰ ਧਾਰਮਿਕ ਗੁਣ ਨੇ, ਪਹਿਲੀ ਨਿਸ਼ਾਨੀ ਉਹਦੇ ਅੰਦਰ ਦਇਆ ਹੋਏਗੀ। ਜਿਹਦੇ ਹਿਰਦੇ ਵਿੱਚ ਹਜੇ ਤਾਈਂ ਦਇਆ ਨਹੀਂ ਹੈ, ਮਤ ਜਾਣਨਾ ਉਹ ਧਾਰਮਿਕ ਹੈ, ਭਾਵੇਂ ਧਾਰਮਿਕ ਲਿਬਾਸ ਉਹਦੇ ਕੋਲ ਹੈ। ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਭਾਵੇਂ ਧਾਰਮਿਕ ਲਿਬਾਸ ਹੈ, ਪਰ ਉਹ ਧਾਰਮਿਕ ਨਹੀਂ ਹੈ। ਧਰਮ ਦੇ ਸਾਰੇ ਚਿੰਨ੍ਹ ਉਸਨੇ ਪਾਏ ਹੋਏ ਨੇ। ਜੇ ਕੌੜਾ ਬੋਲਦਾ ਹੈ, ਹਜੇ ਧਾਰਮਿਕ ਨਹੀਂ ਹੈ, ਅਧਾਰਮਿਕ ਹੈ। ਈਰਖਾਲੂ ਹੈ, ਝਗੜਾਲੂ ਹੈ, ਕ੍ਰੋਧੀ ਹੈ, ਲੋਭੀ ਹੈ, ਹਜੇ ਪਸ਼ੂ ਬਿਰਤੀ ਹੈ, ਮਨੁੱਖ ਨਹੀਂ ਬਣਿਆ। ਔਰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਨਾ ਇੱਕ ਰਮਜ ਵੀ ਰੱਖੀ ਹੈ। ਉਸ ਪੰਕਤੀ ਨੂੰ ਮੈਂ ਸਮਝ ਰਿਹਾ ਸੀ। ਮਹਾਰਾਜ ਕਹਿੰਦੇ ਨੇ ਬਲਿਹਾਰੀ ਸਤਿਗੁਰ ਆਪਣੇ ਦੇਵਹਾੜੀ ਸਦਵਾਰ, ਜਿਨ ਮਾਨਕ ਤੇ ਦੇਵਤੇ ਕੀਏ। ਜਿਨ ਮਾਨਸ ਤੇ ਦੇਵਤੇ। ਮਹਾਰਾਜ ਵੀ ਮਾਨਸ ਤੋਂ ਦੇਵਤੇ ਬਣਾਉਂਦੇ ਨੇ, ਪਸ਼ੂਆਂ ਤੋਂ ਦੇਵਤੇ ਨਹੀਂ ਬਣਾਉਂਦੇ। ਹੌਲੀ ਹੌਲੀ ਪਹਿਲਾਂ ਜ਼ਿੰਦਗੀ ਦੇ ਵਿੱਚ ਗੁਰੂ ਦੇ ਕੋਲ ਆਏਗਾ ਹੀ ਉਹੀ ਜਿਹੜਾ ਪਹਿਲਾਂ ਮਾਨਸ ਹੈ। ਜਿਹੜਾ ਮਨੁੱਖ ਹੈ ਉਹੀ ਗੁਰੂ ਕੋਲ ਆਏਗਾ। ਜਿਹੜਾ ਮਨੁੱਖ ਹਜੇ ਤਾਈਂ ਪਸ਼ੂ ਬਿਰਤੀ ਹੈ, ਉਹਦਾ ਸੰਗਤ 'ਚ ਦਿਲ ਹੀ ਨਹੀਂ ਲੱਗੇਗਾ। ਉਤੋਂ ਬੈਠਿਆ ਨਹੀਂ ਜਾਂਦਾ ਸੰਗਤ ਵਿੱਚ। ਸੰਗਤ ਵਿੱਚ ਬੈਠ ਹੀ ਹੋ ਸਕਦਾ ਹੈ ਜਿਹਦੇ ਅੰਦਰ ਮਾਨਸ ਬਿਰਤੀ ਹੈ, ਜਿਹਦੇ ਅੰਦਰ ਕੁਝ ਗੁਣ ਉਜਾਗਰ ਹੋ ਗਏ ਨੇ, ਜਿਸ ਨੂੰ ਹਜੇ ਆਪਣੇ ਆਪ ਦੀ ਸਮਝ ਲੱਗ ਗਈ ਹੈ ਮੈਂ ਕੌਣ ਹਾਂ। ਜਿਸ ਨੂੰ ਇਹ ਪਤਾ ਮਾੜਾ ਜਿਹਾ ਲੱਗਿਆ ਹੈ ਮੇਰੀ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ, ਮੈਂ ਕਿਉਂ ਜੀ ਰਿਹਾ। ਸਵੇਰੇ ਖਾ ਲੈਣਾ, ਰਾਤ ਨੂੰ ਵੀ ਖਾ ਲੈਣਾ,
शरीर भर रहा, सो जाना, सवेरे सारा दिन शरीर के पालन पोषण में ही लग्या होया। इस शरीर का प्रयोजन की है? अपने सामने वो पशु नूं भी रख लैंदा है। एक पशु भी खांदा है, पींदा है, सो जाता है, तो मेरे तो मैं तो उहदे बराबर ही होया। ऐसा मनुख ऐसी तुलना करता है, फिर उन्होंने लगता नहीं मैं कुछ प्राप्ति कर सकता, मैं मनुख हाँ, ये पशु है। इस करके महाराज कहते ने जेड़े हजे पशु के समान ने, शरीर मनुखा वाले ने, वो हमेशा हंकार दे विच बोल बोलते हैं। हमेशा किसी ने, मैं तो कल कविता पढ़ रहा सी, ਉਹਦੇ ਵਿੱਚ आंदा कोई नवा नवा अमीर होए ਉਹਦੇ घर कदी ना जाओ। उन्हें लड़की ने बोली काहदे लई, कहंदे तुहानूं सारियां चीज़ां दे रेट सुनने पैणगे। किसी के घर जाओगे, अपने नालों चोखा ही किते वड्डा है, पदार्थ ज़्यादा इकट्ठे कीते ने, सारियां चीज़ां दे रेट सुनने पैणगे। ਉਹਦੇ ਕੋਲ ਉਹ सारियां गाहे बगाए चीज़ां दे रेट दस ही दिंदा है। सारियां चीज़ां दे रेट, ये मेरा भी निजी अनुभव भी है। मैं कई बारी जाना पैंदा ही है, किते ना किते रेट की लिस्ट मिल ही जाती है। इस करके मनुख अपने हंकार दे विच कोई ना कोई चीज़ां दसदा ही रहिंदा है। ਉਹਦੇ मनुख दे विचों मुख दे विचों दुर्गंध आउंदी है। हमेशा गल वो किसी नूं नीवां विखाउण लई करेगा, किसी दे पर्दे ढकेगा नहीं, पर्दे उगाड़न की गल करेगा। अगे महाराज कहते ने बिन सिमरन दिन रैण बृथा बिहाए, दिन भी ते रात भी बिरथी चली गई। क्यों? शरीर का तो प्रयोजन पूरा हो गया। शरीर नूं सवेरे रोटी मिल जानी है, ये अंदर की मनसा पूरी है। पर जिहड़ी अंदर जीव आत्मा है, मन है, वो हजे तक पूरा नहीं होया। वो कदों होएगा? पूरा प्रभ आराध्या पूरा जाका नाम। जिस दिन पूरे परमात्मा नूं आराधेगा, उस दिन उसकी तृप्ति होएगी, नहीं होएगी। इस करके महाराज बिन सिमरन दिन रैण बृथा बिहाए। क्यों? समझ ही नहीं लगेगी। जिसनों हजे तई अपने शरीर की समझ नहीं लगी, वो अगली समझ की करेगा। इस करके दुनिया के ज़्यादा बीमारियां क्यों ने? अज मनुख नूं अपने शरीर की समझ नहीं लग रही। खाना किन्ना है, कदों खाना है, किन्ने संयम नाल खाना है, हजे तो मनुख नूं ये नहीं पता लग्या। मैं हैरान हो जाना साध संगत, कदे पशुआं नूं ओवरफैट नहीं होया। पशुआं नूं, क्योंकि पशु उन्ना की खांदा जिन्नी को उन्होंने लोड़ है। जरूरत तो ज़्यादा जीव के रस दे विच मनुख खांदा है, तां तो शरीर खराब हो जाता है। मैं इस करके कई बार सोचदा, जे मनुख ने शरीर नूं ठीक करना है, कुछ लैण की लोड़ नहीं, अपने आहार नूं ठीक कर लवे, शरीर अपने आप ही ठीक हो जाएगा। क्यों? ये खराब होने का कारण आहार है। अपनी जिंदगी के कार व्यवहार नूं ठीक कर लवे, शरीर अपने आप ठीक हो जाएगा। शरीर नूं कुछ करन की लोड़ नहीं है। ये रब ने बनाया है, ये अंदर उन्हें वो गुण पाए ने, अपने आप ही ठीक। पशुआं नूं कदे वेखना हार्ट अटैक नहीं होंदे, ये नहीं है पशु चल रहा, चलते चलते हार्ट अटैक होया तो मर गया। पशु नहीं मरते हैं। पशुआं नूं कदी ये नहीं है गां कदे डिप्रैशन दे विच गई होए, ऐसा नहीं है। कदी गां कहती होए मैनू अज बड़ी चिंता है, नहीं है। ये सारे का सारा काम मनुख नूं क्यों है? क्योंकि मनुख हजे तई इस शरीर की मर्यादा ही नहीं समझ सकिया। इस करके कहते ने 40 साल तई मनुख नूं हार्ट अटैक होने का खतरा घट रहिंदा है। कारण है इहदा, उहदा कारण यह है 40 साल तई इहदा शरीर सह लैंदा है। 40 साल तो बाद क्योंकि जिड्डियां भी वड्डे आघात आउंदे ने, इहदा शरीर सह लैंदा है, उस तो अगे जाके इहदा शरीर सहंदा नहीं है। फिर सीधी गल इहदे मन सहंदा नहीं है, सीधी शरीर ते वजदी है, मनुख अपने शरीर नूं ही गवा लैंदा है। और बाणी दे विच इहदियां चिंतावां नूं दूर करने लई गुरु महाराज ने बड़ी वड्डी गल की, नानक चिंता मत करो, चिंता ते सही है। ये गल महाराज पशुआं नूं नहीं समझा रहे, मनुख नूं समझा रहे ने जिहदे कोल बुद्धि है। गुरबाणी च ये गल महाराज मनुख नूं समझा रहे ने, हे मनुख तू चिंता ना कर, रब है, परमात्मा है, उहदे हुंदियां तू चिंता ना कर।
परमात्मा दे हुंदियां तू चिंतावां छड़ दे। इस करके महाराज कहते ने बिन सिमरन दिन रैन बिरथा बिहाए। कारण की है? शरीर की समझ नहीं लगी, शरीर की है, फिर अगे रब की समझ ते की करेगा। इस करके जेड़े शरीर के संजम विच आ गए ने, ਇਹਦਾ मतलब उन्होंने कुछ पता लगे है। बिन सिमरन दिन रैन बिरथा बिहाए, मेघ बिना ज्यों खेती जाए। जिमें बारिश तो बिना खेती नहीं पकती, एवें नाम तो बिना, बारिश तो बिना ਜਿਹੜੀ भी खेती वो व्यर्थ हो जाती है, खराब हो जाती है। पानी तो बिना खेती का कोई मुल नहीं है। साध संगत एवें ही इस नाम तो बिना शरीर का कोई मुल नहीं है। शरीर कुछ नहीं खट रहा नाम तो बिना। नाम तो बिना सिर्फ एक ही काम कर रहा है, ये शरीर नूं पाल रहा है बस।